ਇੱਥੇ ਹੁਣ ਬੱਬੂ ਮਾਨ ਨੂੰ ਬੁਲਾਉਣ ਦਾ ਮਤਲਬ ਇਹ ਨਹੀਂ ਹੈ ਕਿ ਬੱਬੂ ਮਾਨ ਇਸ ਕੇਸ ਦੇ ਵਿੱਚ ਇਨਵੋਲਵਡ ਹੈ। ਬਹੁਤ ਸਾਰੇ ਐਸੇ ਬੰਦੇ ਜਿਨ੍ਹਾਂ ਤੋਂ ਉਹ ਚਾਹੁੰਦੇ ਸੀ ਪੁੱਛਗਿੱਛ ਹੋਵੇ, ਜਾਂ ਤਾਂ ਉਹਨਾਂ ਦਾ ਰਸੂਖ, ਕਿਉਂਕਿ ਬੱਬੂ ਮਾਨ ਕੋਈ ਛੋਟਾ ਵਿਅਕਤੀ ਤਾਂ ਹੈ ਨਹੀਂ। ਮਨਕੀਰਤ ਔਲਖ ਤੋਂ ਉਸ ਪੱਧਰ ਦੀ ਪੁੱਛਗਿੱਛ ਨਹੀਂ ਹੋ ਰਹੀ ਸੀ। ਬੱਬੂ ਮਾਨ ਦੀ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਡਾਇਰੈਕਟ ਇਨਵੋਲਵਮੈਂਟ ਹੁਣ ਤੱਕ ਕਿਸੇ ਤਰੀਕੇ ਦੇ ਨਾਲ ਕੋਈ ਵੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਜਾਂ ਕੋਈ ਹੈ। ਉਹ ਦੁਬਈ ਟੂਰ ਦੀ ਬੜੀ ਚਰਚਾ ਹੋਈ ਸੀ ਕਿਉਂਕਿ ਇਲੈਕਸ਼ਨਾਂ ਤੋਂ ਬਾਅਦ ਉਹ ਟੂਰ ਲੱਗਿਆ ਸੀਗਾ। ਮੈਨੂੰ ਬਹੁਤ ਟਾਈਮ ਹੋ ਗਿਆ ਗਾਣੇ ਗੁਣੇ ਕੱਢੇ ਨੂੰ, ਮੇਰਾ ਸ਼ੋਅ ਪਹਿਲਾ ਇਲੈਕਸ਼ਨ ਤੋਂ ਬਾਅਦ। ਬਹੁਤ ਸਾਰੀਆਂ ਗੱਲਾਂ ਸਿੱਧੂ ਨੇ ਸਟੇਜ ਦੇ ਉੱਤੋਂ ਇਲੈਕਸ਼ਨਾਂ ਬਾਰੇ ਵੀ ਉੱਥੇ ਕੀਤੀਆਂ ਸੀਗੀਆਂ। ਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਮੇਰੇ ਹਾਰ ਕਰਕੇ ਮੇਰਾ ਕੈਰੀਅਰ ਡਾਊਨ ਹੋਊਗਾ, ਜਸਟ ਵੇਟ ਐਂਡ ਵਾਚ ਕੀ ਕੁਝ ਹੋਣ ਵਾਲਾ। ਜੋਤੀ ਦਾ ਉਹ ਬਹੁਤ ਚੰਗਾ ਮਿੱਤਰ ਸੀ ਔਰ ਇੱਥੋਂ ਤੱਕ ਇਹ ਕਿਹਾ ਜਾਂਦਾ ਹੈ ਕਿ ਲਾਰੈਂਸ ਨਾਲ ਇਸ ਨੌਜਵਾਨ ਦੀ ਕਈ ਵਾਰੀ ਫੋਨ ਤੇ ਗੱਲਬਾਤ ਵੀ ਹੋ ਜਾਂਦੀ ਸੀ। ਇਹ ਪੰਜਾਬ ਪੁਲਿਸ ਦੇ ਆਈਜੀ ਪੱਧਰ ਦੇ ਇੱਕ ਵੱਡੇ ਪੁਲਿਸ ਅਧਿਕਾਰੀ ਦਾ ਪੁੱਤਰ ਹੈ। ਸਿੱਧੂ ਵਾਰ-ਵਾਰ ਇਹ ਗੱਲ ਕਹਿੰਦਾ ਰਿਹਾ ਜੋ ਮੇਰੇ ਤੱਕ ਆਈ ਹੈ, ਔਰ ਇਸ ਸ਼ਖਸ ਦੇ ਨਾਲ ਬਹਿਸ ਵੀ ਹੋਈ ਕਿ ਤੂੰ ਇਹ ਫੋਨ ਕਿਉਂ ਮਿਲਾਇਆ। 2-2 ਘੰਟੇ ਵੀ ਦੱਸਿਆ ਜਾਂਦਾ ਹੈ ਕਿ ਕਮਰੇ 'ਚ ਬੈਠ ਕੇ ਮੁਲਾਕਾਤਾਂ ਹੋ ਜਾਂਦੀਆਂ ਸੀਗੀਆਂ। ਪਰ ਸਭ ਤੋਂ ਵੱਡਾ ਫੈਕਟਰ ਹੈ ਕਿ ਉਹ ਜਿਹੜਾ ਆਈਜੀ ਪੱਧਰ ਦੇ ਅਧਿਕਾਰੀ ਦਾ ਪੁੱਤਰ ਹੈ, ਉਹਦੀ ਇਹਦੇ 'ਚ ਕੀ ਇਨਵੋਲਵਮੈਂਟ ਰਹੀ ਕਿ ਗੋਲਡੀ ਨੇ ਹਥਿਆਰ ਮੰਗਵਾ ਲਏ। ਇਹ ਗੱਲ ਦਾ ਆਭਾਸ ਸਿੱਧੂ ਨੂੰ ਹੋ ਗਿਆ ਸੀ ਔਰ ਪਤਾ ਸੀਗਾ ਉਹਨੂੰ। ਸਤਿ ਸ਼੍ਰੀ ਅਕਾਲ, ਸਿਆਸਤ ਲਾਈਵ ਦੇਖ ਰਹੇ ਹੋ ਤੇ ਮੈਂ ਹਾਂ ਰਾਵਰਿੰਦਰ ਸਿੰਘ ਬੈਨੀਪਾਲ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਰੋਜ਼ਾਨਾ ਨਵੀਂ ਅਪਡੇਟਸ ਆ ਰਹੀਆਂ ਨੇ। ਇੱਥੋਂ ਤੱਕ ਕਿ ਕਈ ਵੱਡੇ ਨਾਮੀ ਗ੍ਰਾਮੀ ਸਿੰਗਰਾਂ ਨੂੰ ਸੰਮਣ ਭੇਜ ਕੇ ਉਹਨਾਂ ਤੋਂ ਪੁੱਛਗਿੱਛ ਵੀ ਸ਼ੁਰੂ ਹੋ ਗਈ ਹੈ। ਪਰ ਇਸੇ ਦੌਰਾਨ ਇੱਕ ਹੋਰ ਵੱਡੀ ਅਪਡੇਟ ਇਹ ਕਹਿੰਦੀ ਹੈ ਕਿ ਇਸੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਵੱਡੇ ਪੁਲਿਸ ਅਧਿਕਾਰੀ ਦੇ ਪੁੱਤਰ ਦਾ ਨਾਂ ਵੀ ਬੋਲਣ ਲੱਗ ਪਿਆ। ਆਖਿਰ ਇਹ ਮਾਮਲਾ ਕੀ ਹੈ, ਇਸ ਬਾਰੇ ਤਮਾਮ ਜਾਣਕਾਰੀ ਅਸੀਂ ਲਵਾਂਗੇ। ਸਾਡੇ ਨਿਊਜ਼ ਐਡੀਟਰ ਸਿਮਰਜੋਤ ਸਿੰਘ ਮੱਕੜ ਸਾਡੇ ਨਾਲ ਨੇ। ਮੱਕੜ ਸਾਹਿਬ, ਪਹਿਲਾਂ ਵੱਡੇ ਸਿੰਗਰ ਤੇ ਹੁਣ ਅਜਿਹਾ ਕੀ ਹੋਇਆ ਕਿ ਇੱਕ ਵੱਡੇ ਪੁਲਿਸ ਅਧਿਕਾਰੀ ਦੇ ਪੁੱਤਰ ਦਾ ਨਾਮ ਵੀ ਬੋਲਣ ਲੱਗ ਪਿਆ? ਰਾਵਰਿੰਦਰ ਜੀ, ਜਦੋਂ ਸਿੱਧੂ ਮੂਸੇਵਾਲਾ ਆਪਣੇ ਸਿੱਧੂ ਦੇ ਕਤਲ ਤੋਂ ਪਹਿਲਾਂ ਜਦੋਂ ਸ਼ਗਨਪ੍ਰੀਤ ਦਾ ਨਾਮ ਪਹਿਲੀ ਵਾਰੀ ਸਾਹਮਣੇ ਆਇਆ ਸੀ, ਉਸ ਤੋਂ ਪਹਿਲਾਂ ਇੱਕ ਦੁਬਈ ਟੂਰ ਜਿਹੜਾ ਉਹ ਲਾਇਆ। ਬਿਲਕੁਲ, ਉਹ ਦੁਬਈ ਟੂਰ ਦੀ ਬੜੀ ਚਰਚਾ ਹੋਈ ਸੀ ਕਿਉਂਕਿ ਇਲੈਕਸ਼ਨਾਂ ਤੋਂ ਬਾਅਦ ਉਹ ਟੂਰ ਲੱਗਿਆ ਸੀਗਾ ਤੇ ਬਹੁਤ ਸਾਰੀਆਂ ਗੱਲਾਂ ਸਿੱਧੂ ਨੇ ਸਟੇਜ ਦੇ ਉੱਤੋਂ ਇਲੈਕਸ਼ਨਾਂ ਬਾਰੇ ਵੀ ਉੱਥੇ ਕੀਤੀਆਂ ਸੀਗੀਆਂ। ਬੜਾ ਫੇਮਸ ਟੂਰ ਹੋਇਆ ਔਰ ਬੜੀ ਉਹਦੀਆਂ ਵੀਡੀਓ ਸਾਰੇ ਪਾਸੇ ਆਈਆਂ। ਉਸ ਟੂਰ ਦੇ ਉੱਤੇ ਸਿੱਧੂ ਹੋਣਾ ਦੇ ਨਾਲ ਇੱਕ ਸ਼ਖਸ ਜਿਹੜਾ ਹੈ, ਅਲੱਗ ਆਪਦੇ ਖਰਚੇ ਦੇ ਉੱਤੇ ਆਪਦੀ ਟਿਕਟ ਲੈ ਕੇ ਉਹ ਦੁਬਈ ਪਹੁੰਚਦਾ ਹੈ ਤੇ ਉਹ ਸਿੱਧੂ ਹੋਣਾ ਦੇ ਨਾਲ ਉਹ ਟੂਰ ਦੇ ਨਾਲ ਰਹਿੰਦਾ ਹੈ। ਹੁਣ ਉਹ ਬੰਦਾ ਕੌਣ ਸੀ? ਉਹ ਬੰਦਾ ਲਾਰੈਂਸ ਬਿਸ਼ਨੋਈ ਦਾ ਤੇ ਜੋਤੀ ਜੀ ਦੀ ਅਕਸਰ ਚਰਚਾ ਹੁੰਦੀ ਹੈ, ਜੋਤੀ ਦਾ ਉਹ ਬਹੁਤ ਚੰਗਾ ਮਿੱਤਰ ਸੀ। ਔਰ ਇੱਥੋਂ ਤੱਕ ਇਹ ਕਿਹਾ ਜਾਂਦਾ ਹੈ ਕਿ ਲਾਰੈਂਸ ਨਾਲ ਇਸ ਨੌਜਵਾਨ ਦੀ ਕਈ ਵਾਰੀ ਫੋਨ ਤੇ ਗੱਲਬਾਤ ਵੀ ਹੋ ਜਾਂਦੀ ਸੀ। ਇਹ ਕੌਣ ਸੀ? ਇਹ ਪੰਜਾਬ ਪੁਲਿਸ ਦੇ ਆਈਜੀ ਪੱਧਰ ਦੇ ਇੱਕ ਵੱਡੇ ਪੁਲਿਸ ਅਧਿਕਾਰੀ ਦਾ ਪੁੱਤਰ ਹੈ। ਹੁਣ ਸਿੱਧੂ ਨਾਲ ਇਹ ਕੀ ਕਰਦਾ ਸੀ, ਇਹ ਬਹੁਤ ਵੱਡਾ ਸਵਾਲ ਹੈ। ਸਿੱਧੂ ਦੇ ਨਾਲ ਇਹ ਬੰਦਾ ਜੇ ਗਿਆ, ਹੁਣ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਸਿੱਧੂ ਦੇ ਪਿਤਾ ਵਾਰ-ਵਾਰ ਕਹਿੰਦੇ ਕਿ ਮੇਰੇ ਪੁੱਤ ਨੂੰ ਗੈਂਗਸਟਰਵਾਦ ਦੇ ਨਾਲ ਜੋੜ ਕੇ ਦੇਖਣਾ ਗਲਤ ਹੈ। ਤੇ ਉਸ ਤੁਸੀਂ ਜੇ ਇਹ ਨੌਜਵਾਨ ਜਿਹੜਾ ਕਿ ਦੋਸਤ ਤਾਂ ਸੀਗਾ ਜੋਤੀ ਦਾ, ਤੇ ਕਿਸੇ ਵੇਲੇ ਸਿੱਧੂ ਤੇ ਜੋਤੀ ਵੀ ਦੋਸਤ ਰਹੇ, ਤੇ ਜਿਹੜਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਵੀ ਸੰਪਰਕ ਸੀ, ਫਿਰ ਵੀ ਉਹ ਬੰਦਾ ਉੱਥੇ ਨਾਲ ਰਿਹਾ, ਫਿਰ ਵੀ ਸਿੱਧੂ ਨੇ ਉਹਨੂੰ ਐਂਟਰਟੇਨ ਕੀਤਾ। ਇੱਥੋਂ ਤੱਕ ਕਿ ਜੋ ਮੇਰੀ ਜਾਣਕਾਰੀ ਹੈ, ਇੱਕ ਰਾਤ ਸਿੱਧੂ ਦੇ ਨਾਲ ਇਸ ਵਿਅਕਤੀ ਨੇ ਲਾਰੈਂਸ ਦੀ ਫੋਨ ਤੇ ਗੱਲ ਕਰਾਉਣੀ ਵੀ ਚਾਹੀ। ਦੁਬਈ ਦੇ ਵਿੱਚ ਰਹਿੰਦੇ ਜਦੋਂ ਉਹ ਦੁਬਈ ਟੂਰ ਤੇ ਸੀ, ਫੋਨ ਮਿਲਾਇਆ ਗਿਆ ਪਰ ਕੁਦਰਤੀ ਅੱਗੋਂ ਫੋਨ ਚੱਕਿਆ ਨਹੀਂ ਤੇ ਸਿੱਧੂ ਵਾਰ-ਵਾਰ ਇਹ ਗੱਲ ਕਹਿੰਦਾ ਰਿਹਾ ਜੋ ਮੇਰੇ ਤੱਕ ਆਈ ਹੈ, ਔਰ ਇਸ ਸ਼ਖਸ ਦੇ ਨਾਲ ਬਹਿਸ ਵੀ ਹੋਈ ਕਿ ਤੂੰ ਇਹ ਫੋਨ ਕਿਉਂ ਮਿਲਾਇਆ। ਪਰ ਇਹ ਬੰਦਾ ਚਾਹੁੰਦਾ ਸੀਗਾ ਕਿ ਫੋਨ ਮਿਲਾਵੇ ਔਰ ਇਹ ਚਾਹੁੰਦਾ ਸੀ ਕਿ ਲਾਰੈਂਸ ਦੇ ਨਾਲ ਮੈਂ ਗੱਲ ਕਰਾਵਾਂ। ਇਹ ਨਵੀਂ ਗੱਲ ਅੱਜ ਬਹੁਤ ਲੇਟ ਸਾਹਮਣੇ ਆਈ ਹੈ, ਪਰ ਇਹ ਅੱਜ ਸਾਹਮਣੇ ਆਉਂਦੀ ਹੈ ਗੱਲ। ਇਸ ਬੰਦੇ ਦੇ ਉੱਤੇ ਸਿੱਧੀ ਨਜ਼ਰ ਜਿਹੜੀ ਹੈ ਉਹ
ਪੁਲਿਸ ਦੀ ਇਸ ਵੇਲੇ ਬਣੀ ਹੈ ਔਰ ਇਸ ਮਾਮਲੇ ਦੇ ਵਿੱਚ ਇਹ ਨਾਮਜ਼ਦ ਵੀ ਹੋ ਸਕਦਾ ਹੈ। ਪੁਲਿਸ ਇਹਦੇ ਵਿੱਚ ਐਵੀਡੈਂਸ ਜਿਹੜਾ ਉਹ ਪੂਰੇ ਇਕੱਠੇ ਕਰ ਰਹੀ ਹੈ ਕਿ ਆਖਰ ਇਹ ਕਿਉਂ ਗਿਆ ਉੱਥੇ, ਜਦੋਂ ਜੇ ਲਾਰੈਂਸ ਦੇ ਸੰਪਰਕ ਸੀ ਤਾਂ ਫਿਰ ਇਹ ਸਿੱਧੂ ਦੇ ਨਾਲ ਪਿੱਛੇ ਕਿਉਂ ਗਿਆ, ਆਪਣੀ ਟਿਕਟ ਕਰਾ ਕੇ ਗਿਆ। ਇਹ ਸਾਰੇ ਫੈਕਟਰਸ ਦੇ ਉੱਤੇ ਜਿਹੜੀ ਇਹ ਜਾਂਚ ਜਿਹੜੀ ਉਹ ਚੱਲ ਰਹੀ ਹੈ। ਦੂਜੇ ਪਾਸੇ ਸੀਗਾ ਕਿ ਅੱਜ ਬੱਬੂ ਮਾਨ ਨੂੰ ਜਿਹੜਾ ਉਹ ਬੁਲਾਇਆ ਜਾਂਦਾ ਜੀ। ਬੱਬੂ ਮਾਨ ਦੇ ਬੁਲਾਉਣ ਤੋਂ ਵੀ ਥੋੜਾ ਜਿਹਾ ਪਿੱਛੇ ਜਾਓ, ਮਾਨਸਾ ਦੇ ਐਸਐਸਪੀ ਬਦਲੇ ਜਾਂਦੇ ਆ, ਅੱਜ ਕੱਲ ਨਾਨਕ ਸਿੰਘ ਮਾਨਸਾ ਦੇ ਐਸਐਸਪੀ ਬਣਦੇ ਆ। ਸਿੱਧੂ ਮੂਸੇਵਾਲੇ ਦੇ ਪਿਤਾ ਦੀ ਉਹ ਸਟੇਟਮੈਂਟ ਜਦੋਂ ਕਹਿੰਦੇ ਆ ਕਿ ਮੈਂ ਮੁਲਕ ਛੱਡ ਜੂੰਗਾ 1 ਮਹੀਨੇ 'ਚ, ਜੇ ਸੰਤੁਸ਼ਟੀ ਨਾ ਹੋਈ, ਹੁਣ ਉਹਨਾਂ ਦੀ ਨਵੀਂ ਸਟੇਟਮੈਂਟ ਆਉਣੀ ਕਿ ਮੈਂ ਹੁਣ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਾਂ, ਪੁਲਿਸ ਕੰਮ ਕਰ ਰਹੀ ਹੈ। ਤਾਂ ਇਹਦਾ ਮਤਲਬ ਇਹ ਸੀ ਕਿ ਬਹੁਤ ਸਾਰੇ ਐਸੇ ਨਾਮ ਦੇ ਉੱਤੇ ਸਿੱਧੂ ਦੇ ਪਿਤਾ ਇਹ ਚਾਹੁੰਦੇ ਹੋਣਗੇ ਕਿ ਇਹਨਾਂ ਤੋਂ ਜਾਂਚ ਹੋਵੇ ਜੀ। ਇੱਥੇ ਹੁਣ ਬੱਬੂ ਮਾਨ ਨੂੰ ਬੁਲਾਉਣ ਦਾ ਮਤਲਬ ਇਹ ਨਹੀਂ ਹੈ ਕਿ ਬੱਬੂ ਮਾਨ ਇਸ ਕੇਸ ਦੇ ਵਿੱਚ ਇਨਵੋਲਵਡ ਹੈ ਜੀ। ਤਾਂ ਸਿੱਧੂ ਦੇ ਪਿਤਾ ਇਹ ਜੇ ਚਾਹੁੰਦੇ ਸੀਗੇ ਕਿ ਬਹੁਤ ਸਾਰੇ ਲੋਕ ਨੇ ਜਾਂ ਬਹੁਤ ਸਾਰੇ ਐਸੇ ਸਿੰਗਰਸ ਨੇ ਜਿਨ੍ਹਾਂ ਦੀ, ਕਿਉਂਕਿ 뮤직 ਇੰਡਸਟਰੀ ਬਾਰੇ ਉਹ ਤਕਰੀਬਨ ਹੀ ਐਤਵਾਰ ਨੂੰ ਜਦੋਂ ਬੋਲਦੇ ਤਾਂ ਬੜੇ ਵਾਰੀ ਉਹ ਬੋਲ ਹਟੇ ਹੁਣ ਕਿ 뮤직 ਇੰਡਸਟਰੀ ਦਾ ਇਸ ਪੂਰੀ ਘਟਨਾ ਦੇ ਨਾਲ ਕੀ ਲਿੰਕ ਹੈ ਔਰ ਗੈਂਗਸਟਰਵਾਦ 뮤직 ਇੰਡਸਟਰੀ ਨੂੰ ਕਿਵੇਂ ਖਾ ਰਿਹਾ, ਇਹਦੇ ਪਿੱਛੇ ਦੀਆਂ ਪਰਤਾਂ ਨੇ। ਅਫਸਾਨਾ ਖਾਨ ਨੂੰ ਤੁਸੀਂ ਦੇਖੋ, NIA ਤਲਬ ਕਰਦੀ ਹੈ, ਸਾਰੀਆਂ ਘਟਨਾਵਾਂ ਜੁੜੀਆਂ ਜ਼ਰੂਰ ਸੀਗੀਆਂ, ਪਰ ਕਿਉਂਕਿ ਸਿੱਧੂ ਦੇ ਪਿਤਾ ਅਸੰਤੁਸ਼ਟ ਮੈਨੂੰ ਜੋ ਲੱਗਦਾ ਹੈ ਉਹ ਇਸ ਕਰਕੇ ਸੀਗੇ ਕਿ ਬਹੁਤ ਸਾਰੇ ਐਸੇ ਬੰਦੇ ਜਿਨ੍ਹਾਂ ਤੋਂ ਉਹ ਚਾਹੁੰਦੇ ਸੀ ਪੁੱਛਗਿੱਛ ਹੋਵੇ, ਜਾਂ ਤਾਂ ਉਹਨਾਂ ਦਾ ਰਸੂਖ, ਕਿਉਂਕਿ ਬੱਬੂ ਮਾਨ ਕੋਈ ਛੋਟਾ ਵਿਅਕਤੀ ਤਾਂ ਹੈ ਨਹੀਂ, ਬਿਲਕੁਲ ਮਨਕੀਰਤ ਔਲਖ ਤੋਂ ਉਸ ਪੱਧਰ ਦੀ ਪੁੱਛਗਿੱਛ ਨਹੀਂ ਹੋ ਰਹੀ ਸੀ। ਹੋਰ ਵੀ ਸਿੰਗਰਾਂ ਦੇ ਨਾਮ ਜਿਹੜੇ ਉਹ ਵਿੱਚ ਆ ਰਹੇ ਆ ਜਿਨ੍ਹਾਂ ਤੋਂ ਪੁੱਛਗਿੱਛ ਹੈ। ਇੱਕ ਹੋਰ ਜਿਹੜੀ ਗੱਲ ਅੱਜ ਸਾਹਮਣੇ ਆਈ ਹੈ, ਜੋ ਅੱਜ ਦੀ ਤਫਤੀਸ਼ ਜੋ ਚੱਲ ਰਹੀ ਹੈ ਉੱਥੋਂ ਜੋ ਸੋਰਸਸ ਦੱਸ ਰਹੀ ਹੈ ਕਿ ਸਿੱਧੂ ਨੇ ਕਿਸੇ ਵਿਅਕਤੀ ਨੂੰ ਆਪਦੇ ਨਾਂ ਦੇ ਉੱਤੇ ਕਾਰ ਲੈ ਕੇ ਦਿੱਤੀ ਹੋਈ ਸੀ, ਕੋਈ ਉਹਦਾ ਨੇੜਲਾ ਸਾਥੀ ਸੀਗਾ ਜੀ। ਇਹ ਸਾਥੀ ਕੌਣ ਸੀ, ਇਹਦੀ ਵੀ ਜਾਂਚ ਜਿਹੜੀ ਹੈ ਉਹ ਬੜਾ ਦਾਇਰਾ ਵਿਸ਼ਾਲ ਹੈ ਕਿ ਕੌਣ ਸੀਗਾ। ਇੱਥੋਂ ਤੱਕ ਕਿ ਇਹ ਬੰਦਾ ਜਿਹੜਾ ਸੀਗਾ, ਇਹ ਜਿਹਦੇ ਨਾਂ ਸਿੱਧੂ ਦੀ ਕਾਰ ਜਿਹੜਾ ਇਹ ਵਰਤ ਰਿਹਾ, ਸਿੱਧੂ ਨੇ ਲੈ ਕੇ ਦਿੱਤੀ ਸੀ, ਦਰਅਸਲ ਉਹ ਗੱਡੀ ਸਿੱਧੂ ਦੇ ਨਾਂ ਤੇ ਸੀ, ਤਾਂ ਉਹ ਤਾਂ ਰਿਕਾਰਡ ਬੋਲ ਜਾਣਗੇ, ਪੁਲਿਸ ਜਾਂਚ ਕਰੂਗੀ ਤੇ ਜੇ ਉਹ ਆਰਸੀ ਬਦਲਾ ਵੀ ਲਊਗਾ ਤੇ ਉਹ ਤਾਂ ਰਿਕਾਰਡ ਦੇ ਵਿੱਚ ਆ ਜਾਊਗਾ ਕਿ ਇਦੋਂ ਪਹਿਲਾਂ ਗੱਡੀ ਜਿਹੜੀ ਹੈ ਕਿਸ ਦੇ ਨਾਂ ਤੇ, ਉਹ ਕਿਸ ਦੇ ਨਾਂ ਤੇ ਸੀਗੀ। ਚੰਡੀਗੜ੍ਹ ਨੰਬਰ ਇਹ ਕਾਰ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਕੀ ਸਿੱਧੂ ਦੇ ਪਿਤਾ ਨੂੰ ਇਸ ਗੱਲ ਦੀ ਜਾਣਕਾਰੀ ਸੀਗੀ ਜਾਂ ਨਹੀਂ ਸੀਗੀ? ਕੀ ਸਿੱਧੂ ਦੇ ਪਿਤਾ ਇਹ ਜਾਣਦੇ ਸੀ ਕਿ ਇਸ ਤਰ੍ਹਾਂ ਦਾ ਕੁਝ ਹੋਇਆ? ਜੇ ਨਹੀਂ ਜਾਣਦੇ ਸੀਗੇ ਤਾਂ ਫਿਰ ਉਸ ਵਿਅਕਤੀ ਦਾ ਇਹਦੇ 'ਚ ਭੂਮਿਕਾ ਕੀ ਹੈ? ਉਹ ਸਿੱਧੂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹਦੇ ਨਾਲ ਵਰਤਦਾ ਰਿਹਾ? 2-2 ਘੰਟੇ ਵੀ ਦੱਸਿਆ ਜਾਂਦਾ ਹੈ ਕਿ ਕਮਰੇ 'ਚ ਬੈਠ ਕੇ ਮੁਲਾਕਾਤਾਂ ਹੋ ਜਾਂਦੀਆਂ ਸੀਗੀਆਂ ਤੇ ਬਾਕੀਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ। ਤਾਂ ਫਿਰ ਉਹ ਜਾਣਕਾਰੀ ਕੀ ਸੀ ਜਿਹੜੀ ਉਹ ਲੈ ਕੇ ਜਾ ਰਿਹਾ ਸੀ, ਜਾਂ ਕੀ ਇਹ ਪਹਿਲਾ ਆਭਾਸ ਹੋ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਕੁਝ ਹੋ ਰਿਹਾ? ਹਾਲਾਂਕਿ ਇੱਥੋਂ ਇਹ ਆਪਾਂ ਪਹਿਲਾਂ ਵੀ ਆਪਣੇ ਇੱਕ ਐਪੀਸੋਡ 'ਚ ਬਹੁਤ ਪਹਿਲਾਂ, ਲਗਭਗ 3 ਮਹੀਨੇ ਪਹਿਲਾਂ ਸਿੱਧੂ ਦੀ ਮੌਤ ਤੋਂ ਤੁਰੰਤ ਬਾਅਦ ਇੱਕ ਐਪੀਸੋਡ 'ਚ ਜ਼ਿਕਰ ਕੀਤਾ ਸੀਗਾ ਕਿ ਗੋਲਡੀ ਨੇ ਹਥਿਆਰ ਮੰਗਵਾ ਲਏ। ਇਹ ਗੱਲ ਦਾ ਆਭਾਸ ਸਿੱਧੂ ਨੂੰ ਹੋ ਗਿਆ ਸੀ ਔਰ ਪਤਾ ਸੀਗਾ ਉਹਨੂੰ। ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਪੱਧਰ ਦੇ ਉੱਤੇ ਚੀਜ਼ਾਂ ਨੇ। ਬੱਬੂ ਮਾਨ ਦੀ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਡਾਇਰੈਕਟ ਇਨਵੋਲਵਮੈਂਟ ਹੁਣ ਤੱਕ ਕਿਸੇ ਤਰੀਕੇ ਦੇ ਨਾਲ ਕੋਈ ਵੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਜਾਂ ਕੋਈ ਹੈ ਜੀ। ਸਿਰਫ ਪੁੱਛਗਿੱਛ ਦੇ ਲੈਵਲ ਤੇ, ਕਿਉਂਕਿ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਇੱਕ ਦੂਜੇ ਦੇ ਪ੍ਰਤੀ ਦੋਨੋਂ ਹੀ ਵੋਕਲ ਰਹੇ, ਡਾਇਰੈਕਟਲੀ ਜਾਂ ਇਨਡਾਇਰੈਕਟਲੀ ਵੋਕਲ ਰਹੇ, ਗੀਤਾਂ ਦੇ ਵਿੱਚ ਵੀ ਇੱਕ ਦੂਜੇ ਦੇ ਖਿਲਾਫ ਬੋਲਦੇ ਰਹੇ। ਪਰ ਇਹਦਾ ਕਨਕਲੂਜਨ ਇਹ ਕੱਢ ਲੈਣਾ ਕਿ ਉਹ ਇਸ ਕੇਸ ਦੇ ਵਿੱਚ ਐਜ਼ ਆਫ ਨਾਓ ਹਾਲੇ ਤੱਕ ਬੱਬੂ ਮਾਨ ਦੀ ਕੋਈ ਵੀ ਇਨਵੋਲਵਮੈਂਟ ਇਸ ਕੇਸ 'ਚ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਨਜ਼ਰ ਨਹੀਂ ਆ ਰਹੀ। ਹਾਂ, ਪੁੱਛਗਿੱਛ ਤੋਂ ਬਾਅਦ ਕੁਝ ਜੇ ਨਿਕਲਦਾ ਸਾਹਮਣੇ ਜਾਂ ਕੋਈ ਗੱਲ ਸਾਹਮਣੇ ਆਉਂਦੀ ਤਾਂ ਅਸੀਂ ਉਹ ਜਿਵੇਂ ਜਿਵੇਂ ਜਾਣਕਾਰੀ ਆਊਗੀ, ਪਰ ਹੁਣ ਤੱਕ ਸਿਰਫ ਇਹ ਹੈ ਕਿ ਬੱਬੂ ਮਾਨ ਨੂੰ ਬੁਲਾਇਆ ਗਿਆ, ਪੁੱਛਗਿੱਛ ਹੋ ਰਹੀ ਹੈ। ਮਨਕੀਰਤ ਔਲਖ ਨੂੰ ਸੱਦਿਆ ਜਾਣਾ ਹੈ, ਉਹਦੇ ਤੋਂ ਪੁੱਛਗਿੱਛ ਹੋਣੀ ਹੈ। ਅਜੇਪਾਲ ਮਿੱਡੂ ਖੇੜਾ ਨੂੰ ਇੱਕ ਵਾਰੀ ਸੱਦਿਆ ਜਾ ਚੁੱਕਿਆ, ਉਹਨੂੰ ਦੁਬਾਰਾ ਵੀ ਸੱਦਿਆ ਜਾ ਸਕਦਾ ਹੈ, ਇਹ ਇਨਫੋਰਮੇਸ਼ਨ ਵੀ ਆ ਰਹੀ ਹੈ। ਤਕਰੀਬਨ 2 ਤੋਂ 3 ਹੋਰ ਸਿੰਗਰ ਨੇ ਨਾਮੀ ਜਿਨ੍ਹਾਂ ਨੂੰ ਸੱਦਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪਰ ਸਭ ਤੋਂ ਵੱਡਾ ਫੈਕਟਰ ਹੈ ਕਿ ਉਹ ਜਿਹੜਾ IG ਪੱਧਰ ਦੇ ਅਧਿਕਾਰੀ ਦਾ ਪੁੱਤਰ ਹੈ, ਉਹਦੀ ਇਹਦੇ 'ਚ ਕੀ ਇਨਵੋਲਵਮੈਂਟ ਰਹੀ ਹੈ ਔਰ ਉਹ ਉਸ ਵੇਲੇ ਕਿਉਂ ਲਾਰੈਂਸ ਦੇ ਨਾਲ ਗੱਲ ਕਰਾਉਣੀ ਚਾਹੁੰਦਾ ਸੀ ਸਿੱਧੂ ਦੀ, ਇਹ ਆਪਣੇ ਆਪ ਦੇ ਵਿੱਚ। ਪਰ ਇਹ ਗੱਲ ਹੁਣ ਤੱਕ ਆਈ ਕਿਉਂ ਨਹੀਂ ਨਿਕਲ ਕੇ ਸਾਹਮਣੇ? ਕਿਉਂਕਿ ਇਹ ਬਹੁਤ ਵੱਡੀ ਇੱਕ ਗੱਲ ਹੈ। ਉਹ ਸ਼ਗਨਪ੍ਰੀਤ ਦਾ ਨਾਮ ਵੀ ਉਸੇ ਟੂਰ ਦੇ ਦੌਰਾਨ ਸਾਹਮਣੇ ਆਇਆ ਸੀ, ਤੇ ਜਿਸ ਤਰੀਕੇ ਨਾਲ ਇਹ ਨੌਜਵਾਨ ਵੀ ਰਿਹਾ ਜਾ ਕੇ, ਕੀ ਲੱਗਦਾ ਤੁਹਾਨੂੰ ਕਿ ਇੰਨਾ ਇਹ ਗੁਪਤ ਕਿਉਂ ਰੱਖਿਆ ਗਿਆ? ਨਹੀਂ, ਬਹੁਤ ਸਾਰੀਆਂ ਗੱਲਾਂ ਹੌਲੀ ਹੌਲੀ ਆਉਂਦੀਆਂ ਨੇ।
ਇਹ ਕੋਈ ਜ਼ਰੂਰੀ ਨਹੀਂ ਹੈ ਕਿ ਪਹਿਲੇ ਦਿਨ ਤੱਕ ਤੁਹਾਨੂੰ ਸਾਰੀ ਇਨਫੋਰਮੇਸ਼ਨ, ਜਦੋਂ ਹੁਣ ਪੁਲਿਸ ਵੀ ਪੁੱਛਗਿੱਛ ਕਰ ਰਹੀ ਹੈ ਤਾਂ ਚੀਜ਼ਾਂ ਅਨਫੋਲਡ ਹੋ ਰਹੀਆਂ ਜੀ। ਜਿਵੇਂ ਮਹਿਕਮਾ ਜਿਹੜਾ ਉਹ ਪੁੱਛਗਿੱਛ ਕਰਕੇ ਜਾਂ ਮਹਿਕਮਾ ਹਲਚਲ ਕਰ ਰਿਹਾ ਤਾਂ ਤੁਹਾਨੂੰ ਇਨਫੋਰਮੇਸ਼ਨ ਤਾਂ ਜ਼ਾਹਰ ਜੀ ਗੱਲ ਹੈ ਕਿ ਉੱਥੇ ਉਹਦੇ ਅੰਦਰ ਕੀ ਚੱਲ ਰਿਹਾ ਤੁਹਾਨੂੰ ਉੱਥੋਂ ਪਤਾ ਲੱਗਦੀ ਹੈ ਜੀ। ਔਰ ਜਾਂ ਫਿਰ ਉਹ ਬੰਦੇ ਦੱਸ ਸਕਦੇ ਆ ਜਿਹੜੇ 24 ਘੰਟੇ ਨਾਲ ਰਹੇ, ਕਿਉਂਕਿ ਉਹ ਤਾਂ ਚੁੱਪ ਨੇ। ਸਿੱਧੂ ਦੇ ਨਾਲ ਜਿੰਨੇ ਬੰਦੇ, ਚਾਹੇ ਉਹ ਦੁਬਈ ਟੂਰ ਤੇ ਵੀ ਗਏ ਹੋਣ, ਸ਼ਗਨਪ੍ਰੀਤ ਦਾ ਆਪਾਂ ਇੰਟਰਵਿਊ ਕੀਤਾ, ਸ਼ਗਨਪ੍ਰੀਤ ਨੇ ਕਦੋਂ ਇਹ ਗੱਲਾਂ ਦਾ ਖੁਲਾਸਾ ਕੀਤਾ? ਉਹ ਕਰ ਸਕਦਾ ਸੀ, ਉਹਨੂੰ ਬੋਲਣਾ ਚਾਹੀਦਾ ਸੀ ਜੀ। ਸ਼ਗਨਪ੍ਰੀਤ ਨੂੰ ਔਨ 에ਅਰ ਦੇ ਇੰਟਰਵਿਊ ਦੇ ਵਿੱਚ ਜੇ ਇਹ ਗੱਲਾਂ ਹੋਈਆਂ ਉੱਥੇ, ਜੇ ਐਸਾ ਕੁਝ ਹੋਇਆ, ਸਿੱਧੂ ਦੇ ਨਾਲ ਵੀ ਹੋਰ ਦੋਸਤ ਗਏ ਸੀ, ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਕਿ ਇੱਕ ਬੰਦਾ ਸਾਡੇ ਨਾਲ ਉਹ ਵੀ ਸੀਗਾ ਜਿਹੜਾ ਬੰਦਾ ਜਿਹੜਾ ਜੋਤੀ ਹੋਣਾ ਦੇ ਕਰੀਬ ਰਿਹਾ ਤੇ ਉਹ ਬੰਦਾ ਉੱਥੇ ਸੀਗਾ, ਪਰ ਇਹ ਗੱਲਾਂ ਨਹੀਂ ਬੋਲੀਆਂ ਗਈਆਂ। ਤਾਂ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਹੈ। ਇਹ ਸਵਾਲ ਉਹਨਾਂ ਨੂੰ ਵੀ ਹੋਣੇ ਚਾਹੀਦੇ ਆ ਕਿ ਇਹ ਗੱਲਾਂ ਸਾਹਮਣੇ ਆ ਰਹੀਆਂ, ਜੇ ਅੱਜ ਸਾਡੇ ਤੱਕ ਇਹ ਗੱਲਾਂ ਆ ਗਈਆਂ, ਇਹ ਤਾਂ ਨਾਲ ਸੀਗੇ, ਤਾਂ ਇਹ ਕਿਉਂ ਨਹੀਂ ਬੋਲੇ ਇਹ ਲੋਕ? ਪੁਲਿਸ ਨੂੰ ਕਿਉਂ ਜਾਣਕਾਰੀ ਨਹੀਂ ਦਿੱਤੀ ਗਈ? ਇਹ ਆਪਣੇ ਆਪ ਦੇ ਵਿੱਚ ਵੱਡੇ ਕੁਐਸਚਨਸ ਨੇ ਜੀ।